नमस्कार दोस्तों, एक बार फिर से मैं डॉक्टर विवेक बंसल कंधे और घुटने के रिलेटेड प्रॉब्लम में आपका स्वागत करता हूं। तो दोस्तों, समय समय पे हम लोग वीडियोस बनाते रहते हैं और आपको जितने भी हमारे पेशेंट्स हैं जिनको नी आर्थराइटिस की प्रॉब्लम है उनसे आपको मिलवाते रहते हैं। तो दोस्तों, नी आर्थराइटिस एक बहुत ही कॉमन प्रॉब्लम है हमारे सीनियर सिटीजन्स में। जितने भी हमारे घर के बड़े हैं, बुजुर्ग हैं, उनको जो आर्थराइटिस की प्रॉब्लम है घुटनों के अंदर सबसे ज़्यादा कॉमन है। सो ये आर्थराइटिस ऑलमोस्ट स्टेज 1, स्टेज 2, स्टेज 3 और स्टेज 4 इसकी 4 स्टेजेस होती हैं। और जब आदमी चौथी स्टेज पे पहुंच जाता है तो पेशेंट का चलना फिरना बहुत ही मुश्किल हो जाता है। तो जितनी भी घर पे जो रिलेटेड एक्टिविटीज़ है आदमी उसी को बाउंड रह जाता है और ऐसे में जो पेशेंट का बाहर चलना फिरना या अपनी लाइफ को एंजॉय करना बिल्कुल ख़त्म हो जाता है। हालात ऐसे हो जाते हैं भी जो पेशेंट है वो बेड से उठ भी नहीं पाता और उसका बाथरूम टॉयलेट जाना और कुछ लेडीज़ को तो घर में किचन में काम करना बहुत मुश्किल हो जाता है। तो जब भी ऐसे पेशेंट हमारे पास आते हैं तो हम उनका थॉरोली रूटीन चेकअप करते हैं। तो जब हमें देखते हैं भी स्टेज 4 या कंप्लीट आर्थराइटिस हो गया है जिसमें जो घुटने की चिकनाई है वो पूरी तरह घिस गई है, तो ऐसे में उनको हम टोटल नी रिप्लेसमेंट का जो है वो एडवाइस देते हैं। तो ऐसे एक आज हमारे साथ फाइटर मौजूद है, गुरबचन सिंह जी। उनके साथ उनके बेटे मौजूद हैं जो करीब 2 महीने पहले हमारे पास आए थे दोनों घुटनों की प्रॉब्लम लेके। जब हमने इनका चेक किया तो दोनों घुटने इनकी पूर्ण तरह से घिसे हुए थे, तो हमने इनको टोटल नी रिप्लेसमेंट के लिए एडवाइस किया। तो आज इनके ऑपरेशन को 2 महीने हो गए हैं, तो चलिए जानते हैं इनकी क्या स्टोरी है। ऑपरेशन करने से पहले ये कैसा महसूस कर रहे थे और आज ऑपरेशन के 2 महीने बाद ये कैसा महसूस कर रहे हैं। सो सत श्री अकाल जी गुरबचन सिंह जी। सो सब तो पहला मैं ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਵੀ ਤੁਸੀਂ ਸਾਨੂੰ ਇਹ ਵੀਡੀਓ ਬਣਾਉਣ ਦਾ ਮੌਕਾ ਦਿੱਤਾ। ਸੋ ਤੁਸੀਂ ਥੋੜਾ ਸਾਨੂੰ ਦੱਸੋ ਵੀ ਤੁਸੀਂ ਗੋਡਿਆਂ ਤੋਂ ਕਿੰਨਾ ਪਰੇਸ਼ਾਨ ਸੀਗੇ ਤੇ ਜਿੰਨਾ ਵੀ ਤੁਸੀਂ ਰੋਜ਼ ਮਤਲਬ ਕਿ ਜਿਹੜੇ ਤੁਹਾਡੇ ਕੰਮ ਸੀਗੇ ਉਹ ਕਰ ਪਾਉਂਦੇ ਸੀਗੇ ਜਾਂ ਨਹੀਂ। ਨਹੀਂ ਜੀ, ਮੈਂ ਤਾਂ ਬਹੁਤ ਔਖਾ ਸੀ ਜੀ। ਕੰਮ ਤਾਂ ਕੋਈ ਮੈਂ ਤਾਂ ਉੱਠ ਕੇ ਤੁਰਿਆ ਨਹੀਂ ਜਾਂਦਾ। ਪਾਣੀ ਪੂਣੀ ਪੀਣ ਦੀ ਵੀ ਘੋਲ ਹੀ ਕਰਦਾ ਸੀ ਮੈਂ ਉੱਠ ਕੇ, ਤੇ ਵੀ ਚੱਲ ਜੇ ਕੋਈ ਆ ਗਿਆ ਤਾਂ ਫੜਾ ਦੂਗਾ, ਤੇ ਛੋਟੀ ਬਿਨਾਂ ਤੁਰਦਾ ਨਹੀਂ ਸੀ ਜਿੰਨਾ ਕੁ ਤੁਰਦਾ ਸੀ, ਤੇ ਬਹੁਤ ਔਖਾ ਸੀ। ਜਿਵੇਂ ਤੁਸੀਂ ਬਾਹਰ ਕਿਤੇ ਤੋਰਾ ਫੇਰਾ ਕਰਨਾ ਹੋਵੇ ਜਾਂ 2 ਕਿਲੋਮੀਟਰ ਵਾਰ ਤੁਰਨੀ ਹੋਵੇ, ਤੁਰ ਪਾਉਂਦੇ ਸੀਗੇ? ਨਾ ਜੀ ਨਾ, ਮੈਂ ਤਾਂ ਸਾਈਕਲ ਤੋਂ ਬਿਨਾਂ ਤਾਂ 10 ਕਰਮਾਂ ਵੀ ਨਹੀਂ ਸੀ ਤੁਰ ਕੇ ਰਾਜੀ। ਅੱਧਾ ਕਿੱਲਾ ਮੈਂ ਖੇਤ ਖੂਤ ਜਾਣਾ ਤਾਂ ਅੱਧਾ ਕਿੱਲਾ ਸੋਟੀ ਨਾਲ ਤੁਰਨਾ, ਤੇ ਜਦੋਂ ਜਾ ਕੇ ਮੁੜ ਕੇ ਜਾਣਾ ਬਹਿਣਾ ਮੰਜੇ 'ਤੇ ਜਾ ਕੇ, ਤੇ ਮੈਨੂੰ ਪਤਾ ਸੀ ਵੀ ਜਿਵੇਂ ਮੈਂ ਤੁਰ ਕੇ ਆਇਆ ਬਸ ਬਹੁਤ ਔਖਾ ਹੁੰਦਾ ਸੀ। ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਵੇਂ ਖੇਤ ਜਾਣਾ ਕਰਨਾ ਜਾਂ ਤੁਸੀਂ ਬਾਥਰੂਮ ਟਾਇਲਟ ਤੱਕ ਜਾਣਾ ਵੀ ਬਹੁਤ ਔਖਾ ਹੋ ਗਿਆ ਸੀਗਾ? ਹਾਂ ਜੀ, ਬਾਥਰੂਮ ਤਾਂ ਬਹੁਤ ਜ਼ਿਆਦਾ ਹੀ ਔਖਾ ਸੀਗਾ। ਸੋਟੀ ਨਾਲ ਜਾਈਦਾ ਸੀ, ਉਹ ਵੀ ਨੇੜੇ ਜੇ ਮੰਜਾ ਹੁੰਦਾ ਸੀ, ਉੱਥੋਂ ਬਸ ਐਵੇਂ 5-4 ਕਰਮਾਂ 'ਤੇ ਸੀਗਾ, ਬਸ ਉੱਥੋਂ ਬਸ ਜਾ ਕੇ ਮੁੜ ਆਈਦਾ ਸੀ। ਸੋ ਚਲੋ ਇਹਨਾਂ ਦੇ ਬੇਟੇ ਤੋਂ ਵੀ ਪੁੱਛਦੇ ਹਾਂ ਵੀ ਹਾਂਜੀ ਸਰ, ਵੀ ਤੁਸੀਂ ਦੱਸੋ ਵੀ ਕਿੰਨੀ ਕੁ ਇਹਨਾਂ ਨੂੰ ਔਖਾਈ ਸੀਗੀ ਅਤੇ ਕੀ ਚੀਜ਼ਾਂ ਦੇ ਵਿੱਚ ਔਖੇ ਹੁੰਦੇ ਪਏ ਸੀਗੇ? ਇਹ ਜੀ 25-30 ਸਾਲ ਤੋਂ ਪ੍ਰੋਬਲਮ ਸੀਗੀ ਇਹਨਾਂ ਨੂੰ, ਬਹੁਤ ਜ਼ਿਆਦਾ ਔਖੇ ਸੀਗੇ। ਫਿਰ ਸਾਨੂੰ ਪਿੰਡੋਂ ਇੱਕ ਲੇਡੀਜ਼ ਨੇ ਗੋਡੇ ਚੇਂਜ ਕਰਵਾਏ ਸੀ। ਉਹਨਾਂ ਨੇ ਸਾਨੂੰ ਦੱਸਿਆ ਵੀ ਡਾਕਟਰ ਸਾਹਿਬ ਵਿਵੇਕ ਬਾਂਸਲ ਕੋਲ ਜਾਓ ਬਠਿੰਡੇ, ਵੀ ਉਹ ਬਹੁਤ ਵਧੀਆ ਇਲਾਜ ਕਰਦੇ ਆ। ਅਸੀਂ ਇੱਥੇ ਆਏ, ਸਾਨੂੰ ਡਾਕਟਰ ਸਾਹਿਬ ਨੇ ਐਡਵਾਈਸ ਦਿੱਤੀ ਵੀ ਇਹ ਚੇਂਜ ਕਰਵਾਓ ਗੋਡੇ। ਹੁਣ ਅਸੀਂ ਚੇਂਜ ਕਰਵਾ ਲਏ। ਹੁਣ ਫਾਦਰ ਸਾਹਿਬ ਬਿਲਕੁਲ ਠੀਕ ਹੈ ਜੀ। ਪਹਿਲਾਂ ਬਹੁਤ ਜ਼ਿਆਦਾ ਔਖਾ ਸੀ ਇਹਨਾਂ ਨੂੰ, ਤੁਰੇ ਜਾਂਦੇ ਵੀ ਕਈ ਵਾਰੀ ਮਾੜਾ ਜਿਹਾ ਜੋ ਤੁਰਦੇ ਸੀ ਉਦੋਂ ਵੀ ਅੜਕ ਜਾਂਦੇ ਸੀ। ਹੁਣ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਹੁਣ ਠੀਕ ਠਾਕ ਹੈ ਜੀ, ਸਹੀ ਆ। ਸੋ ਇੱਕ ਗੁਰਬਚਨ ਸਿੰਘ ਜੀ ਦੱਸੋ ਮੈਨੂੰ, ਜਿਸ ਤਰ੍ਹਾਂ ਤੁਹਾਨੂੰ 2 ਮਹੀਨੇ ਹੋ ਗਏ ਨੇ, ਸੋ ਤੁਸੀਂ ਇਹ ਮੈਨੂੰ ਪਤਾ ਵੀ ਤੁਹਾਡੀ ਜਿਹੜੀ ਰਿਕਵਰੀ ਸੀ ਤੁਸੀਂ ਆਪ ਵੀ ਬਹੁਤ ਤਕੜੇ ਹੋ। ਬਹੁਤ ਸਾਰੇ ਜਿਹੜੇ ਪੇਸ਼ੈਂਟਸ ਨੇ ਉਹ ਰਿਕਵਰੀ ਜਿਸ ਤਰ੍ਹਾਂ ਅਸੀਂ ਕਹਿੰਦੇ ਵੀ ਸਲੋ ਪ੍ਰੋਸੈਸ ਹੈ ਗੋਡੇ ਪਾਉਣ ਤੋਂ ਬਾਅਦ ਵੀ। ਸੋ ਮੈਨੂੰ ਜਿੰਨਾ ਯਾਦ ਹੈ ਤੁਸੀਂ ਤਾਂ 4ਵੇਂ-5ਵੇਂ ਦਿਨ ਵੀ ਭੱਜੇ ਫਿਰੇ ਸੀਗੇ। ਤਾਂ ਤੁਸੀਂ ਮੈਨੂੰ ਦੱਸੋ ਵੀ ਹੁਣ 2 ਮਹੀਨੇ ਹੋ ਗਏ ਨੇ, 2 ਮਹੀਨਿਆਂ 'ਚ ਹੁਣ ਤੁਹਾਡੀ ਜ਼ਿੰਦਗੀ 'ਚ ਕੀ ਬਦਲਾਅ ਆ ਗਿਆ ਅਤੇ ਕਿਹੜਾ ਕੰਮ ਹੁਣ ਤੁਸੀਂ ਕਰ ਲੈਂਦੇ ਹੋ? ਖੇਤ ਆਉਣਾ ਜਾਣਾ ਤੁਹਾਨੂੰ ਕਿੰਨਾ ਸੌਖਾ ਹੋ ਗਿਆ ਵੀ ਕੀ ਸੋਟੀ ਦੀ ਲੋੜ ਪੈਂਦੀ ਹੈ ਨਹੀਂ ਪੈਂਦੀ? ਨਹੀਂ ਜੀ, ਸੋਟੀ ਦੀ ਹੁਣ ਮੈਨੂੰ ਕੋਈ ਲੋੜ ਨਹੀਂ ਪੈਂਦੀ। ਵੈਸੇ ਸੋਟੀ ਮੈਂ ਹੱਥ 'ਚ ਤੋਂ ਲੈ ਜਾਂਦਾ ਵੀ ਕੁੱਤੇ ਕਾਤੇ ਤੋਂ ਬਾਹਰ ਜਾਂਦਾ ਕਰਕੇ, ਅਤੇ ਉਹ ਨਹੀਂ ਮੈਨੂੰ ਕੋਈ ਲੋੜ। ਅਤੇ ਕੰਮ ਤਾਂ ਹੁਣ ਜੇ ਸਰੀਰ ਤਾਂ ਮੇਰਾ ਘਰ ਦੇ ਆ ਅਤੇ ਡਰਦਾ ਵੀ ਕੁਛ ਹੋ ਰਿਹਾ ਕੰਮ ਤਾਂ ਮੈਂ ਭਾਵੇਂ ਪੱਠੇ ਵੱਢਣ ਲਾ ਲਓ ਹੁਣ ਵੀ ਵੱਢ ਲੂੰਗਾ ਮੈਂ। ਹੁਣ ਤਾਂ ਮੇਰਾ ਸਰੀਰ ਇੱਥੋਂ ਤੱਕ ਹੈ। ਸੋ ਜਿਹੜਾ ਤੁਸੀਂ ਕਹਿੰਦੇ ਸੀ ਵੀ ਤੁਹਾਨੂੰ ਬਾਹਰ ਜਿਵੇਂ ਸੋਟੀ ਫੜ ਕੇ ਬਾਥਰੂਮ ਟਾਇਲਟ ਤੱਕ ਜਾਣਾ ਪੈਂਦਾ ਸੀਗਾ ਅਤੇ ਤੁਸੀਂ ਕਹਿੰਦੇ ਵੀ ਖੇਤ ਜਾਣ ਲੱਗੇ ਵੀ ਤੁਸੀਂ 10 ਵਾਰ ਸੋਚਦੇ ਸੀਗੇ। ਸੋ ਹੁਣ ਇੱਦਾਂ ਦਾ ਕਦੇ ਮਹਿਸੂਸ ਕਰਦੇ ਹੋ ਜਾਂ ਹੁਣ ਤੁਹਾਡਾ ਤੋਰਾ ਫੇਰਾ ਬਾਕੀ ਆਮ ਨੋਰਮਲ ਇਨਸਾਨ ਜਿੰਨਾ ਹੋ ਗਿਆ? ਨਾ ਜੀ, ਹੁਣ ਤਾਂ ਜਮਾ ਹੀ ਨਹੀਂ ਕਰਦਾ। ਹੁਣ ਤਾਂ ਬਸ ਕਿਹੜਾ ਕੰਮ ਦਿਸੇ ਸਹੀ। ਹੁਣ ਅੱਗੇ ਤਾਂ ਡੀਕੀ ਦਾ ਸੀਗਾ ਵੀ ਕਿਸੇ ਤੋਂ ਕਰਾਵਾਂਗੇ, ਹੁਣ ਤਾਂ ਬਸ ਕਿਸੇ ਨੂੰ ਹੈ ਹੀ ਨਹੀਂ ਵੀ ਕਹੀਏ ਵੀ ਆਹ ਕਰ, ਵੀ ਉਹ ਆਪ ਹੀ ਕਰ ਦਈਦਾ ਸਭ ਕੰਮ। ਛੋਟੇ ਮੋਟੇ ਕੰਮ ਤਾਂ ਸਾਰੇ ਆਪ ਹੀ ਕਰੀ ਜਾਈਦੇ। ਤੁਰਨ ਫਿਰਨ ਵਾਲੇ ਭਾਰ ਭੂਰ ਵਾਲਾ ਹਜੇ ਵਿਚਾਰ ਰੱਖੀਦਾ। ਸੋ ਇੱਕ ਮੈਨੂੰ ਬਾਪੂ ਜੀ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗਾ, ਬਹੁਤ ਸਾਰੇ ਸਾਡੇ ਮਰੀਜ਼ ਨੇ, ਬਜ਼ੁਰਗ ਨੇ, ਉਹਨਾਂ ਨੂੰ ਇਹ ਮਨ ਦੇ ਵਿੱਚ ਵਹਿਮ ਰਹਿੰਦਾ ਵੀ ਟੀਕਾ ਲੱਗਦਾ ਢੂੰਈ ਦੇ ਵਿੱਚ, ਤੁਹਾਡੇ ਵੀ ਟੀਕਾ ਲੱਗਿਆ ਸੀ ਅਤੇ ਉਹਦਾ ਪੂਰਾ ਬਹੁਤ ਦਰਦ ਹੁੰਦਾ। ਸੋ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਟੀਕੇ ਦਾ ਤੁਹਾਨੂੰ ਉਸ ਟਾਈਮ ਕਿੰਨਾ ਕੁ ਦਰਦ ਹੋਇਆ ਅਤੇ ਅੱਜ 2 ਮਹੀਨੇ ਬਾਅਦ ਕਿੰਨਾ ਦਰਦ ਹੈ? ਨਹੀਂ ਜੀ, ਮੈਨੂੰ ਤਾਂ ਉਦੋਂ ਐਵੇਂ ਮਾਮੂਲੀ ਜਿਹਾ ਬਸ ਸੂਈ ਲੱਗਦੀ ਹੈ, ਪਤਾ ਲੱਗਿਆ। ਮੁਰਕੇ ਦਾ ਪਤਾ ਹੀ ਨਹੀਂ ਵੀ ਕੀ ਦਰਦ ਤਾਂ ਹੋਇਆ ਹੀ ਨਹੀਂ। ਮਗਰੋਂ ਤਾਂ ਹੁਣ ਜਮਾ ਹੀ ਨਹੀਂ ਪਤਾ। ਕਹਿੰਦੇ ਆ ਢੂਈ ਦੁਖਦੀ ਆ, ਉਹ ਹੁੰਦੀ ਆ। ਮੇਰੇ ਤਾਂ ਉਦੋਂ ਹੀ ਨਹੀਂ ਪਤਾ ਲੱਗਿਆ। ਬਸ ਕਿਹੜਾ ਸੂਈ ਲੱਗਦੀ ਆ ਪਤਾ ਲੱਗਿਆ, ਬਾਅਦ 'ਚ ਕੋਈ ਤਕਲੀਫ ਨਹੀਂ ਹੋਈ, ਪੈਸਾ ਭਰ ਵੀ ਨਹੀਂ ਹੋਈ।
ਸੋ ਬਾਪੂ ਜੀ ਇੱਕ ਆਪਣੇ ਜਿਵੇਂ ਬਜ਼ੁਰਗਾਂ ਦੇ ਵਿੱਚ ਪਿੰਡਾਂ 'ਚ ਡਰਾਇਆ ਜਾਂਦਾ ਹੈ ਵੀ ਲੋਕਾਂ ਨੂੰ ਆਮ ਤੌਰ ਤੇ ਵੀ ਗੋਡੇ ਨਾ ਪਵਾਓ, ਵੀ ਜੇ ਤੁਸੀਂ ਗੋਡੇ ਪਵਾਓਗੇ ਤਾਂ ਜਿੰਨਾ ਥੋੜ੍ਹਾ ਬਹੁਤ ਤੋਰਾ ਫੇਰਾ ਹੈਗਾ ਉਹ ਵੀ ਖਤਮ ਹੋ ਜਾਊਗਾ। ਸੋ ਤੁਸੀਂ ਇਹ ਜੇ ਸਾਡੇ ਜਿਹੜੇ ਬਜ਼ੁਰਗ ਨੇ ਘਰੇ ਬੈਠੇ ਨੇ ਤੇ ਘਰੇ ਮੰਜੇ ਜੋਗੇ ਹੀ ਰਹਿ ਗਏ ਨੇ, ਬਾਥਰੂਮ ਟਾਇਲਟ ਤੱਕ ਜਾਣਾ ਔਖਾ ਹੋ ਗਿਆ ਹੈ, ਸੋ ਤੁਹਾਡਾ ਉਹਨਾਂ ਨੂੰ ਕੀ ਸੰਦੇਸ਼ ਹੈ? ਮੇਰਾ ਤਾਂ ਇਹ ਸੰਦੇਸ਼ ਆ ਜੀ, ਉਹ ਜ਼ਰੂਰ ਪਾਉਣ, ਐਵੇਂ ਘੋਲ ਨਾ ਕਰਨ। ਮੇਰੀ 70 ਸਾਲ ਦੀ ਉਮਰ ਆ, ਮੈਨੂੰ ਤਾਂ ਜੇ ਹੁਣ ਇੱਕ ਇੰਨਾ ਵੀ ਡਰ ਹੀ ਆ, ਨਹੀਂ ਤਾਂ ਭਾਵੇਂ ਭੱਜਣ ਨੂੰ ਕਹਿ ਦਿੰਦਾ ਮੈਂ ਤਾਂ ਭੱਜ ਵੀ ਲਊਂ, ਅਤੇ ਕਿਤੇ ਤੁਰਿਆ ਨਹੀਂ ਸੀ ਜਾਂਦਾ, ਉੱਠ ਕੇ ਵੀ ਨਹੀਂ ਸੀ ਮੰਜੇ ਤੋਂ ਜਾਇਆ ਜਾਂਦਾ। ਇਹਦਾ ਘੋਲ ਨਾ ਕਰਨ, ਸਗਾ ਪਵਾ ਲੈਣ। ਤੇ ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਬਾਪੂ ਜੀ, ਵੀ ਤੁਸੀਂ ਸਾਡੇ ਬਾਰੇ ਤੇ ਸਾਡੇ ਸਟਾਫ ਦੇ ਬਾਰੇ ਜਾਂ ਹਸਪੀਟਲ ਦੇ ਬਾਰੇ ਕੀ ਕਹਿਣਾ ਚਾਹੋਗੇ? ਸਾਡੇ ਕੋਲ ਤੁਸੀਂ ਜੇ ਮੰਨ ਲਓ ਤੁਹਾਨੂੰ ਕੋਈ ਪੁੱਛਦਾ ਕਰਦਾ ਤਾਂ ਉਹਨਾਂ ਨੂੰ ਕੀ ਤੁਸੀਂ ਫੀਡਬੈਕ ਦਿਓਗੇ? ਉਹ ਮੈਂ ਤਾਂ ਆਖੂੰਗਾ ਜੀ ਬਹੁਤ ਵਧੀਆ ਹੈ, ਸਟਾਫ ਵੀ ਵਧੀਆ, ਹਸਪਤਾਲ ਵੀ ਵਧੀਆ, ਡਾਕਟਰ ਸਾਹਿਬ ਵੀ ਬਹੁਤ ਚੰਗੇ ਹੈ। ਵੀ ਘੋਲ ਨਾ ਕਰੋ, ਜੇ ਹੋਵੇ ਤਾਂ ਬਸ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਬਸ ਆਪਦਾ ਇਲਾਜ ਕਰਾਓ, ਸੁੱਖ ਪਾਓ। ਸੋ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ। ਆਖਰ 'ਚ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਅਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਨੂੰ ਵੀ ਤੁਸੀਂ ਬਹੁਤ ਛੇਤੀ ਹੋਰ ਰਿਕਵਰੀ ਕਰੋ ਅਤੇ ਜਿੰਨੇ ਵੀ ਤੁਸੀਂ ਮਨ ਚਾਹੇ ਕੰਮ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ।